ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਬਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਜੀਆਂ ਨੇ ਬੜੇ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ ਹੈ। ਉਪਰੰਤ ਆਪ ਜੀਆਂ ਦੇ ਨਾਲ ਚੱਲ ਰਹੀ ਲੜੀਵਾਰ ਬਾਣੀ ਕਥਾ ਵਿਚਾਰ ਦੇ ਵਿੱਚੋਂ ਕੁਝ ਕੁ ਸਮਾਂ ਆਪ ਜੀਆਂ ਦੇ ਨਾਲ ਵਿਚਾਰਾ ਕਰਨ ਦਾ ਪ੍ਰਾਪਤ ਹੋਇਆ ਹੈ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਅਸੀਂ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਦਾ ਅਧਿਐਨ ਜਿਹੜਾ ਹੈ, ਕਥਾ ਸਵਾਰਤਾ ਜੋ ਅਸੀਂ ਆਰੰਭ ਕੀਤੀ ਹੈ, ਉਸ ਦੇ ਵਿੱਚੋਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ 9ਵੇਂ ਅਧਿਆਏ ਦੇ ਪ੍ਰਸੰਗ ਦੀ ਆਰੰਭਤਾ ਕੀਤੀ ਹੈ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਖੱਤਰੀ ਵੰਸ਼ ਦੇ ਅਨੁਸਾਰ, ਖੱਤਰੀ ਵਰਣ ਦੇ ਅਨੁਸਾਰ ਜੋ ਜੰਜੂ ਪਹਿਨਣ ਦੀ
ਰਸਮ ਹੈ ਉਸ ਦੇ ਮੁਤਾਬਕ ਉਹਨਾਂ ਨੂੰ ਜੰਝੂ ਪਹਿਨਾਇਆ ਜਾ ਰਿਹਾ ਹੈ। ਕੱਲ੍ਹ ਦੇ ਦੀਵਾਨਾਂ ਤੋਂ ਅਸੀਂ ਇਹ ਪ੍ਰਸੰਗ ਆਰੰਭ ਕੀਤਾ ਹੈ। ਆਓ ਅਗਲੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦਾ ਹੈ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਕੁਝ ਪੰਛੀ ਝਾਤ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਮਾਰ ਲਈਏ, ਤਾਂ ਜੋ ਅੱਜ ਦੀ ਇਹ ਲੜੀ ਨੂੰ ਸਮਝਣ ਦੇ ਵਿੱਚ ਸਾਨੂੰ ਸੋਖ ਮਹਿਸੂਸ ਹੋ ਸਕੇ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਪ੍ਰਸੰਗ ਸਰਵਣ ਕਰ ਆ ਚੁੱਕੇ ਹਾਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਹੈ ਕਿ ਪੁੱਤਰ ਨੂੰ ਹੁਣ ਜਨੇਊ ਪਹਿਨਾਇਆ ਜਾਵੇ। ਪੁੱਤਰ ਦੀ ਉਮਰ ਹੋ ਗਈ ਹੈ। ਇਸ ਦੇ ਲਈ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਨੂੰ ਆਪਣੇ ਘਰ ਦੇ ਵਿੱਚ ਬੁਲਾਉਂਦੇ ਨੇ। ਸਾਰੇ ਮਨ ਦੇ ਬਲਬਲੇ ਪੰਡਿਤ ਹਰਦਿਆਲ ਨੂੰ ਦੱਸਦੇ ਨੇ ਤੇ ਪੰਡਿਤ ਹਰਦਿਆਲ ਜੀ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਲਗਨ ਮਹੂਰਤ ਕੱਢ ਕੇ ਮਹਿਤਾ ਕਾਲੂ ਜੀ ਨੂੰ ਦੱਸਦੇ ਨੇ ਕਿ ਜੇਕਰ ਤੁਸੀਂ ਇਸ ਮਹੂਰਤ ਵਾਲੇ ਦਿਨ ਇਹ ਕਾਰਜ ਕਰੋਗੇ ਤਾਂ ਤੁਸੀਂ ਅਨੇਕਾਂ ਵਡਿਆਈਆਂ ਪ੍ਰਾਪਤ ਕਰੋਗੇ। ਇਸੇ ਤਰ੍ਹਾਂ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਦੀ ਗੱਲ ਨੂੰ ਮੰਨਦਿਆਂ ਹੋਇਆਂ ਜੋ ਕੁਝ ਵੀ ਪੰਡਿਤ ਹਰਦਿਆਲ ਜੀ ਇਸ ਕਾਰਜ ਦੇ ਵਾਸਤੇ ਸਮੱਗਰੀ ਮੰਗਾਉਂਦੇ ਨੇ, ਉਹ ਸਾਰੀ ਦੀ ਸਾਰੀ ਰਸਦ ਸਮੱਗਰੀ ਮਹਿਤਾ ਕਾਲੂ ਜੀ ਆਪਣੇ ਘਰ ਦੇ ਵਿੱਚ ਇਕੱਤਰ ਕਰਦੇ ਨੇ। ਹੋਰ ਤਾਂ ਹੋਰ ਨਗਰ ਦੇ ਲੋਕਾਂ ਨੂੰ, ਜਿਹੜੇ ਤਲਵੰਡੀ ਦੇ ਰਹਿਣ ਵਾਲੇ ਲੋਕ ਨੇ, ਹੋਰ ਜਿੰਨੇ ਵੀ ਸਗੇ ਸੰਬੰਧੀ ਨੇ, ਰਿਸ਼ਤੇਦਾਰ ਨੇ, ਸੱਜਣ ਮਿੱਤਰ ਨੇ, ਸਾਰਿਆਂ ਨੂੰ ਨਿਉਂਦਾ ਭੇਜ ਦਿੰਦੇ ਨੇ ਵੀ ਭਾਈ ਅਸੀਂ ਆਪਣੇ ਪੁੱਤਰ ਨੂੰ ਜੰਝੂ ਪਹਿਨਾਉਣਾ ਹੈ, ਤੁਸੀਂ ਸਾਰੇ ਆਪਣੇ ਕੰਮਾਂ ਕਾਰਾਂ 'ਚੋਂ ਵਿਹਲ ਕੱਢ ਕੇ ਸਾਡੇ ਘਰ ਦੇ ਵਿੱਚ ਇਸ ਸੱਦੇ ਦੇ ਨੂੰ ਕਬੂਲ ਕਰਦਿਆਂ ਹੋਇਆ ਪਹੁੰਚਣਾ ਹੈ। ਸਾਰਿਆਂ ਨੂੰ ਨਿਉਂਦਾ ਭੇਜਿਆ ਜਾਂਦਾ। ਸਾਰੇ ਨਗਰ ਦੇ ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪਿਤਾ ਜੀ ਮਹਿਤਾ ਕਾਲੂ ਜੀ ਦੇ ਸੱਦੇ ਦੇ ਉੱਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਦੇ ਨੇ ਤੇ ਨਾਲ ਹੀ ਨਾਲ ਜਿਹੜੇ ਵੀ ਵੇਦਾਂ ਦੇ ਵਿਦਵਾਨ ਨੇ, ਵੇਦਾਂ ਨੂੰ ਜਾਣਦੇ ਨੇ, ਵੇਦਾਂ ਦੀ ਚੰਗੀ ਤਰ੍ਹਾਂ ਉਹਨਾਂ ਨੇ ਗਿਆਨ ਹਾਸਲ ਕੀਤਾ ਹੈ, ਉਹ ਸਾਰੇ ਦੇ ਸਾਰੇ ਵਿਦਵਾਨ ਵੀ ਉਸ ਘਰ ਦੇ ਵਿੱਚ ਪਹੁੰਚ ਜਾਂਦੇ ਨੇ। ਜਦੋਂ ਚੌਂਕ ਪੂਰਿਆ ਜਾਂਦਾ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੇ ਖੱਤਰੀ ਤੇ ਬ੍ਰਾਹਮਣ ਜਿੰਨੇ ਵੀ ਇਕੱਤਰਤ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਸ ਚੌਂਕ ਦੇ ਵਿੱਚ ਬੁਲਾਉਂਦੇ ਨੇ ਤੇ ਬਿਠਾਉਂਦੇ ਨੇ। ਤੇ ਜਦੋਂ ਜਨੇਊ ਪਹਿਨਾਉਣ ਦੀ ਰਸਮ ਆਰੰਭ ਕਰਨ ਲੱਗੇ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੰਡਿਤ ਹਰਦਿਆਲ ਨੂੰ ਸਵਾਲ ਕਰਦੇ ਨੇ ਵੀ ਇਹ ਜੋ ਤੁਸੀਂ ਮੈਨੂੰ ਕਾਰਜ ਕਰ ਰਹੇ ਹੋ, ਮੈਨੂੰ ਜਨੇਊ ਪਹਿਨਾ ਰਹੇ ਹੋ, ਇਸ ਜਨੇਊ ਨੂੰ ਪਹਿਨਣ ਦੇ ਨਾਲ ਮਨੁੱਖ ਕਿਸ ਪਦਵੀ ਤੱਕ, ਕਿਸ ਅਵਸਥਾ ਤੱਕ ਪਹੁੰਚ ਜਾਂਦਾ ਹੈ, ਮੈਨੂੰ ਇਸ ਦੇ ਬਾਬਤ ਸਮਝਾਉਣਾ ਕਰੋ ਕਿ ਇਹ ਜਨੇਊ ਕਿਉਂ ਪਹਿਨਿਆ ਜਾਂਦਾ। ਤੇ ਪਰ ਪੰਡਿਤ ਹਰਦਿਆਲ ਥੋੜ੍ਹਾ ਬਹੁਤਾ ਟਾਲ ਮਟੋਲ ਕਰਦਿਆਂ ਜਵਾਬ ਦਿੰਦੇ ਨੇ ਕਿ ਇਹ ਪੁਰਾਣੀ ਰੀਤ ਚੱਲੀ ਆ ਰਹੀ, ਪੁਰਾਤਨ ਸਮਿਆਂ ਤੋਂ ਹੀ ਇਹ ਜਿਹੜੀ ਮਰਿਆਦਾ ਹੈ ਨਾ, ਰਸਮ ਹੈ, ਇਹ ਚੱਲੀ ਆ ਰਹੀ ਹੈ। ਜਿਹੜੇ ਵੀ ਵੱਖ-ਵੱਖ ਵਰਨਾਂ ਦੇ ਵਿੱਚ ਲੋਕ ਨੇ, ਚਾਹੇ ਉਹ ਬ੍ਰਾਹਮਣ ਹੈ, ਚਾਹੇ ਖੱਤਰੀ ਨੇ, ਚਾਹੇ ਵੈਸ਼ ਨੇ, ਇਹਨਾਂ ਨੂੰ ਵੱਖ-ਵੱਖ ਸਮੇਂ ਦੇ ਅਨੁਸਾਰ, ਉਹਨਾਂ ਦੀ ਵਰਨ ਵੰਡ ਦੇ ਅਨੁਸਾਰ ਜੋ ਵੀ ਮਰਿਆਦਾ ਚੱਲੀ ਆ ਰਹੀ ਉਸ ਦੇ ਮੁਤਾਬਕ ਇਹ ਜਨੇਊ ਪਹਿਨਣਾ ਪੈਂਦਾ ਹੈ। ਤਾਂ ਹੀ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੇ ਕਲੇਸ਼ ਨੇ ਉਹਨਾਂ ਦਾ ਨਿਪਟਾਰਾ ਹੁੰਦਾ ਹੈ। ਇੱਥੋਂ ਤੱਕ ਦੀ ਵਿਚਾਰ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾ ਚੁੱਕੇ ਹਾਂ। ਆਓ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜਾਨਤ ਜੋਨ ਮਹਾਤਮ ਗੁਰ ਕੋ, ਬੋਲਿਓ ਤਦਪ ਹਰਨ ਤੁਮ ਉਰ ਕੋ। ਤੇ ਪੰਡਿਤ ਹਰਦਿਆਲ ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਵਾਲ ਕਰਦੇ ਨੇ ਨਾ ਵੀ ਮੈਨੂੰ ਸਮਝਾਉਣਾ ਕਰੋ, ਜਿਹੜਾ ਇਹ ਜਨੇਊ ਪਹਿਨਾ ਰਹੇ ਹੋ, ਇਹ ਜਨੇਊ ਮਨੁੱਖ ਨੂੰ ਕਿਸ ਅਵਸਥਾ ਤੱਕ ਲੈ ਕੇ ਜਾਂਦਾ, ਕਿਸ ਪਦਵੀ ਤੱਕ ਉਸ ਨੂੰ ਪਹੁੰਚਾਉਂਦਾ ਹੈ,
ਤਾਂ ਪੰਡਿਤ ਹਰਦਿਆਲ ਇਸ ਜਨੇਊ ਦਾ ਜਿਹੜਾ ਮਹਾਤਮ ਹੈ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਮਝਾਉਣਾ ਕਰ ਰਿਹਾ ਹੈ। ਬੋਲਿਓ ਤਦਪ ਹਰਨ ਤਮ ਉਰਕੋ, ਉਹਨਾਂ ਦੇ ਜਿਹੜਾ ਮਨ ਦੇ ਵਿੱਚ, ਹਿਰਦੇ ਦੇ ਵਿੱਚ ਹਨੇਰਾ ਹੈ ਨਾ, ਉਸ ਹਨੇਰੇ ਨੂੰ ਦੂਰ ਕਰਨ ਦੇ ਲਈ, ਤਮ ਦਾ ਭਾਵ ਹੁੰਦਾ ਹੈ ਹਨੇਰਾ, ਹਿਰਦੇ ਦੇ ਵਿੱਚ ਜਿਹੜਾ ਹਨੇਰਾ ਹੈ ਉਸ ਹਨੇਰੇ ਨੂੰ ਹਰਨ ਦੇ ਲਈ, ਹਨੇਰੇ ਨੂੰ ਦੂਰ ਕਰਨ ਦੇ ਲਈ ਪੰਡਿਤ ਹਰਦਿਆਲ ਜੀ ਫਿਰ ਆਪਣੇ ਮੁਖ ਤੋਂ ਉਚਾਰਦੇ ਨੇ, ਯਾਵਦ ਦਿਜ ਛਤਰੀ ਕੋ ਧਰਮ ਜੋ ਤਰਈ, ਜਗ ਪਵਿੱਤ ਸੋ ਪਾਵਨ ਕਰਈ। ਕਿ ਜਿਹੜੇ ਵੀ ਖੱਤਰੀ ਨੇ ਨਾ, ਜਿਹੜੇ ਵੀ ਛਤਰੀ ਨੇ, ਜਦੋਂ ਤੱਕ ਉਹ ਇਹ ਜਨੇਊ ਨਹੀਂ ਧਾਰਨ ਕਰਦੇ ਤਾਂ ਉਹ ਪ੍ਰਵਾਨ ਨਹੀਂ ਚੜ੍ਹਦੇ। ਇਸੇ ਕਰਕੇ ਉਹਨਾਂ ਨੂੰ ਇਹ ਜਗਿਆ ਪਵੀਤ ਭਾਵ ਜਨੇਊ ਜਿਹੜਾ ਹੈ, ਜੰਝੂ ਜਿਹੜਾ ਹੈ ਉਹ ਪਹਿਨਣਾ ਪੈਂਦਾ ਹੈ। ਇਸ ਦੇ ਕਾਰਨ ਹੀ ਉਹ ਜਿਹੜੇ ਨੇ ਪਾਵਨ ਹੋ ਜਾਂਦੇ ਨੇ, ਉਹਨਾਂ ਦਾ ਜਿਹੜਾ ਜੀਵਨ ਦਾ ਆਚਰਣ ਹੈ ਨਾ ਉਹ ਪਵਿੱਤਰ ਹੋ ਜਾਂਦਾ ਹੈ। ਯਾਵਤ ਰੀਤ ਨ ਅਸ ਅਨੁਸਾਰੀ, ਤਾਵਤ ਨਹਿ ਚੌਕੇ ਅਧਿਕਾਰੀ। ਤੇ ਕਹਿੰਦੇ ਪੰਡਿਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਨੇ ਕਿ ਜਿਹੜਾ ਇਸ ਰੀਤੀ ਦੇ ਅਨੁਸਾਰ, ਇਸ ਵਿਧੀ ਦੇ ਅਨੁਸਾਰ, ਇਸ ਰਸਮ ਦੇ ਅਨੁਸਾਰ ਜਨੇਊ ਨੂੰ ਨਹੀਂ ਪਹਿਨਦਾ ਨਾ, ਜਨੇਊ ਨੂੰ ਨਹੀਂ ਧਾਰਨ ਕਰਦਾ, ਉਹ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ, ਉਹ ਅਸਲ ਦੇ ਵਿੱਚ ਉਸ ਦਾ ਜੀਵਨ ਪਵਿੱਤਰ ਨਹੀਂ ਹੁੰਦਾ। ਤੇ ਇਹ ਪੰਡਿਤ ਹਰਦਿਆਲ ਜੀ ਪਾਤਸ਼ਾਹ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ। ਦਿਵਜ ਬਾਹਜ ਕੋ ਇਸ ਬਿਨ ਧਰਮਾ, ਰਹਿਤ ਨਹੀਂ ਬੋਝੋ ਇਹ ਮਰਮਾ। ਤੇ ਕਹਿੰਦੇ ਜਿਹੜੇ ਬਾਹਮਣਾ ਤੇ ਖੱਤਰੀਆਂ ਦਾ ਇਹ ਧਰਮ ਹੈ ਨਾ, ਇਸ ਤੋਂ ਬਿਨਾਂ ਉਹਨਾਂ ਦਾ ਧਰਮ ਅਧੂਰਾ ਹੈ। ਜਦੋਂ ਤੱਕ ਉਹ ਜਨੇਊ ਨਹੀਂ ਪਹਿਨਦੇ, ਜਦੋਂ ਤੱਕ ਜੰਝੂ ਨੂੰ ਧਾਰਨ ਨਹੀਂ ਕਰਦੇ, ਤੇ ਉਦੋਂ ਤੱਕ ਇਹਨਾਂ ਦਾ ਜਿਹੜਾ ਧਰਮ ਹੈ ਉਹ ਅਧੂਰਾ ਹੈ। ਤੇ ਰਹਿਤ ਨਹੀਂ ਬੂਝੋ ਇਹ ਮਰਮਾ, ਤੇ ਜਦੋਂ ਤੱਕ ਤੁਸੀਂ ਇਹ ਧਾਰਨ ਨਹੀਂ ਕਰੋਗੇ, ਤੁਸੀਂ ਕਿਸ ਤਰ੍ਹਾਂ ਖੱਤਰੀ ਵੰਸ਼ ਦੇ ਵਿੱਚ ਪੂਰਨ ਹੋਵੋਗੇ, ਕਿਸ ਤਰ੍ਹਾਂ ਖੱਤਰੀ ਵੰਸ਼ ਦੇ ਵਿੱਚ ਤੁਸੀਂ ਪ੍ਰਵਾਨ ਹੋਵੋਗੇ। ਤੁਸੀਂ ਇਸ ਰੀਤੀ ਨੂੰ, ਇਸ ਮਰਿਆਦਾ ਨੂੰ, ਇਸ ਭੇਦ ਨੂੰ ਸਮਝੋ। ਬੇਦਨ ਬਿਦ ਸੋ ਜਬ ਕਰ ਪਾਵਹਿ, ਦਵੇਜ ਬਾਹਜ ਨਿਜ ਧਰਮੇ ਆਵੇ। ਇਸੇ ਤਰ੍ਹਾਂ ਕਹਿੰਦੇ ਜਿਹੜੀ ਵੇਦਾਂ ਦੀ ਵਿਧੀ ਹੈ, ਪੰਡਿਤ ਜੀ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕਿ ਜਦੋਂ ਉਸ ਵਿਧੀ ਦੇ ਅਨੁਸਾਰ ਜਿਹੜਾ ਵੀ ਇਸ ਨੂੰ ਗਲੇ ਦੇ ਵਿੱਚ ਪਹਿਨਦਾ ਹੈ ਨਾ, ਗਲੇ ਦੇ ਵਿੱਚ ਧਾਰਨ ਕਰਦਾ ਹੈ, ਤੇ ਫਿਰ ਉਹ ਫਿਰ ਇਸ ਧਰਮ ਦੇ ਵਿੱਚ ਜਿਹੜਾ ਹੈ ਪ੍ਰਵਾਨ ਚੜ ਜਾਂਦਾ ਹੈ। ਇਹ ਮਰਿਆਦਾ ਹੈ, ਇਹ ਪੁਰਾਤਨ ਮਰਿਆਦਾ ਚੱਲੀ ਆ ਰਹੀ ਹੈ ਜਨੇਊ ਪਹਿਨਾਉਣ ਵਾਲੀ। ਜਦੋਂ ਤੱਕ ਤੁਸੀਂ ਇਸ ਨੂੰ ਧਾਰਨ ਨਹੀਂ ਕਰੋਗੇ, ਇਹ ਧਰਮ ਦੇ ਵਿੱਚ ਤੁਹਾਡਾ ਪ੍ਰਵੇਸ਼ ਨਹੀਂ ਹੋਵੇਗਾ। ਇਹ ਧਰਮ ਦੀ ਮਰਿਆਦਾ ਹੈ। ਤੁਸੀਂ ਇਸ ਨੂੰ ਗਲੇ ਦੇ ਵਿੱਚ ਪਹਿਨੋ, ਗਲੇ ਦੇ ਵਿੱਚ ਧਾਰਨ ਕਰੋ, ਤਾਂ ਹੀ ਤੁਸੀਂ ਧਰਮ ਦੇ ਵਿੱਚ ਪ੍ਰਵਾਨ ਹੋਵੋਗੇ। ਸੁਨ ਪ੍ਰੋਦਾ ਕੇ ਬਚਨ ਕਿਰਪਾਲਾ, ਕਮਲ ਬਦਨ ਕਹਿ ਗਿਰਾ ਰਸਾਲਾ। ਪ੍ਰੋਦਾ ਦਾ ਭਾਵ ਹੁੰਦਾ ਪੁਰੋਹਿਤ, ਪੰਡਿਤ, ਬ੍ਰਾਹਮਣ। ਪੰਡਿਤ ਦੇ ਬਚਨ ਸੁਣ ਕੇ ਕਿਰਪਾਲੂ ਪ੍ਰਭੂ ਜੀ, ਕਿਰਪਾ ਦੇ ਪ੍ਰਭੂ ਜੀ, ਕਮਲ ਬਦਨ ਕਹਿ ਗਿਰਾ ਰਸਾਲਾ, ਆਪਣੇ ਕਮਲ ਵਰਗੇ ਮੁਖਾਰ ਬਿੰਦ ਦੇ ਵਿੱਚੋਂ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਹੁਣ ਉਚਾਰਨ ਕਰਦੇ ਨੇ। ਦਵੇਜ ਬਾਜ ਕੋ ਧਰਮ ਜੋ ਆਹੀ, ਘਰ ਮੇ ਪਾਏ ਸੂਤ ਰਹਾਹੀ। ਤੇ ਪੰਡਿਤ ਜੀ ਤੁਸੀਂ ਕਹਿੰਦੇ ਹੋ ਨਾ ਵੀ ਇਹ ਸਾਡਾ ਧਰਮ ਹੈ ਕਿ ਇਸ ਸੂਤ ਦੇ ਬਣੇ ਹੋਏ ਜਿਹੜਾ ਇਹ ਜਨੇਊ ਹੈ ਨਾ, ਇਹ ਧਾਗਾ ਹੈ, ਇਹਨੂੰ ਗਲੇ ਦੇ ਵਿੱਚ ਪਹਿਣਾ ਹੈ। ਗਲੇ ਦੇ ਵਿੱਚ ਪਾਉਣ ਦੇ ਨਾਲ ਤੁਸੀਂ ਪ੍ਰਵਾਨ ਹੋਵੋਗੇ। ਤੇ ਹੁਣ ਪਾਤਸ਼ਾਹ ਜੀ ਉਸ ਨੂੰ ਸਵਾਲ ਕਰਦੇ ਨੇ, ਕਿਤੋਂ ਸੁਕਰਮ ਕਰੇ ਤੇ ਰਹੀ, ਦਇਆ ਆਦ ਜੇ ਸ਼ੁਭ ਨਿਰਵਹੀ। ਤੁਸੀਂ ਆਖਦੇ ਹੋ ਕਿ ਕੱਲਾ ਜਨੇਊ ਪਹਿਨਣ ਦੇ ਨਾਲ ਮਨੁੱਖ ਧਰਮੀ ਹੋ ਜਾਂਦਾ, ਤੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਜਨੇਊ ਪਹਿਨ ਕੇ ਚੰਗੇ ਕਰਮ ਨਹੀਂ ਕਰਦੇ, ਚੰਗੇ ਦਇਆ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ, ਜੇ ਇਹੋ ਜਿਹੇ ਸ਼ੁਭ ਕਰਮ ਨਹੀਂ ਕਰਦੇ, ਫਿਰ ਕਿਸ ਤਰ੍ਹਾਂ ਉਹਨਾਂ ਨੂੰ ਇਹ ਜਨੇਊ ਜਿਹੜਾ ਹੈ ਉਹਨਾਂ ਨੂੰ ਪ੍ਰਵਾਨ ਕਰਾਵੇਗਾ? ਕਿਸ ਤਰ੍ਹਾਂ ਉਹਨਾਂ ਦਾ ਜਨੇਊ ਪਹਿਨਿਆ ਹੋਇਆ ਵੀ ਸਫਲ ਹੋਵੇਗਾ ਜਦੋਂ ਤੱਕ ਉਹਨਾਂ ਦੇ ਜੀਵਨ ਦੇ ਵਿੱਚ ਚੰਗਾ ਆਚਰਣ ਨਹੀਂ,
ਚੰਗਾ ਕਿਰਦਾਰ ਨਹੀਂ, ਉਹ ਕਿਸ ਤਰ੍ਹਾਂ ਉਹ ਪ੍ਰਵਾਨ ਚੜ੍ਹ ਸਕਦੇ ਨੇ। ਪਾਏ ਸੂਤ ਕਰ ਕਰਤ ਕੁਕਰਮਾ, ਤਨ ਹਿਤ ਹਿੰਸਾ ਤਰੋਹੇ ਅਧਰਮਾ। ਤੇ ਕਹਿੰਦੇ ਗਲੇ ਦੇ ਵਿੱਚ ਸੂਤ ਦਾ ਇਹ ਜਨੇਊ ਪਹਿਨਦੇ ਨੇ। ਪਾਏ ਸੂਤ ਗਰ ਕਰਤ ਕੁਕਰਮਾ, ਕੁਕਰਮਾ ਦਾ ਭਾਵ ਹੁੰਦਾ ਭੈੜੇ ਕਰਮ। ਕਹਿੰਦੇ ਸੂਤ ਦਾ ਇਹ ਜਨੇਊ ਪਹਿਨ ਕੇ ਗਲੇ ਦੇ ਵਿੱਚ ਭੈੜੇ ਕਰਮ ਕਰਦੇ ਨੇ, ਭੈੜਾ ਚਾਲ ਚੱਲਣ ਬਤੀਤ ਕਰਦੇ ਨੇ। ਧਨ ਹਿਤ ਹਿੰਸਾ, ਤੇ ਧਨ ਦੀ ਪ੍ਰਾਪਤੀ ਲਈ ਹਿੰਸਾ ਵੀ ਕਰਦੇ ਨੇ, ਕਿਸੇ ਦਾ ਕਤਲ ਕਰਨ ਤੱਕ ਵੀ ਜਾਣਦੇ ਨੇ। ਤਰੋਹੇ ਅਧਰਮਾ, ਤੇ ਜੀਵਨ ਦੇ ਵਿੱਚ ਇਹੋ ਜਿਹੇ ਜਦੋਂ ਕਾਰ ਵਿਹਾਰ ਕਰਦੇ ਨੇ ਤੇ ਉਹ ਧਰਮੀ ਕਿਸ ਤਰ੍ਹਾਂ ਹੋਏ, ਉਹ ਤਾਂ ਸਗੋਂ ਸਭ ਤੋਂ ਵੱਡੇ ਅਧਰਮੀ ਨੇ। ਅੰਤ ਪ੍ਰਯੰਤ ਦੁਸ਼ਟਤਾ ਧਾਰੇ, ਝੂਠ ਪ੍ਰਸੰਨਤਾ ਚਿਤ ਹਿਤ ਕਾਰੇ। ਤੇ ਕਹਿੰਦੇ ਫਿਰ ਜੀਵਨ ਨਿਰਵਾਹ ਕਰਦੇ ਕਰਦੇ ਤੇ ਜੀਵਨ ਦੇ ਵਿੱਚ ਚੰਡਾਲਾਂ ਵਾਲਾ ਜੀਵਨ ਬਤੀਤ ਕਰਦੇ ਨੇ। ਚੰਡਾਲਾਂ ਦੇ ਵਾਂਗ ਉਹ ਕ੍ਰੋਧ ਦੇ ਵੱਸ ਪੈ ਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ। ਇਸੇ ਤਰ੍ਹਾਂ ਝੂਠ, ਚੁਗਲੀ, ਨਿੰਦਾ, ਇਹ ਸਾਰੇ ਕਾਰਜ ਕਰਦੇ ਨੇ। ਚਾਹੇ ਬਾਹਰੀ ਤੌਰ ਦੇ ਉੱਤੇ ਤੁਸੀਂ ਕਹਿੰਦੇ ਜਨੇਊ ਪਹਿਨਣ ਦੇ ਨਾਲ ਮਨੁੱਖ ਧਰਮੀ ਹੁੰਦਾ, ਦੱਸੋ ਮੈਨੂੰ ਧਰਮੀ ਦੇ ਇਹ ਕੰਮ ਹੁੰਦੇ ਨੇ ਕਿ ਉਹ ਚੁਗਲੀਆਂ ਕਰੇ, ਕਿ ਉਹ ਲੋਕਾਂ ਦਾ ਹੱਕ ਮਾਰੇ, ਕਿ ਉਹ ਝੂਠ ਬੋਲੇ, ਕਿ ਇਹੋ ਜਿਹੇ ਧਰਮੀ ਹੁੰਦੇ ਨੇ ਕਿ ਗਲ ਦੇ ਵਿੱਚ ਜਨੇਊ ਪਹਿਨ ਕੇ ਉਹ ਭੈੜਾ ਚਾਲ ਚੱਲਣ ਬਤੀਤ ਕਰਨ। ਜੋ ਖੱਤਰੀ ਦਵਿਜ ਕੇ ਦੋ ਚੰਡਾਲਾ, ਸਹੇ ਜਾਏ ਜਮ ਦੰਡ ਵਿਸਾਲਾ। ਕਹਿੰਦੇ ਜਿਹੜੇ ਖੱਤਰੀ ਵੀ ਨੇ ਨਾ, ਤੁਸੀਂ ਕਹਿੰਦੇ ਹੋ ਖੱਤਰੀਆਂ ਦੀ ਵੀ ਇਹ ਰੀਤ ਹੈ, ਜਦੋਂ ਤੱਕ ਉਹ ਜਨੇਊ ਨਹੀਂ ਧਾਰਨ ਕਰਨਗੇ ਉਹ ਧਰਮ ਦੇ ਵਿੱਚ ਉਹਨਾਂ ਦਾ ਪਰਿਵਰਤਨ ਨਹੀਂ ਹੋਵੇਗਾ, ਉਹ ਧਰਮ ਦੇ ਵਿੱਚ ਪ੍ਰਵਾਨ ਨਹੀਂ ਚੜ੍ਹਨਗੇ। ਮੈਨੂੰ ਇਹ ਦੱਸੋ ਵੀ ਜਿਹੜੇ ਖੱਤਰੀਆਂ ਨੇ ਇਹ ਜਨੇਊ ਪਹਿਨਿਆ ਹੈ ਤੇ ਉਹ ਚੰਡਾਲਾਂ ਵਾਲਾ ਜੀਵਨ ਬਤੀਤ ਕਰਦੇ ਨੇ, ਉਹ ਵੀ ਜਿਹੜਾ ਜਮਾ ਦੀ ਮਾਰ ਹੈ ਨਾ, ਜਮਾ ਦਾ ਦੰਡ ਹੈ, ਉਹਨਾਂ ਨੂੰ ਬਹੁਤ ਤਕੜਾ ਜਮਾ ਦਾ ਦੰਡ, ਜਮਾ ਦੀ ਮਾਰ ਸਹਿਣੀ ਪੈਂਦੀ ਹੈ ਜੇਕਰ ਉਹ ਜੀਵਨ ਦੇ ਵਿੱਚ ਇਹੋ ਜਿਹੇ ਕਾਰਜ ਕਰਦੇ ਨੇ। ਕੌਣ ਜਨੇਊ ਤੇ ਫਲ ਦੀਨਾ, ਪਾਇਓ ਨਰਕ ਇਹਾ ਅਗ ਕੀਨਾ। ਤੇ ਹੁਣ ਪੰਡਿਤ ਹਰਦਿਆਲ ਜੀ ਨੂੰ ਫਿਰ ਸਵਾਲ ਕਰਦੇ ਨੇ ਵੀ ਜਿਨ੍ਹਾਂ ਦੇ ਜਨੇਊ ਧਾਰਨ ਕੀਤਾ ਸੀ, ਮੈਨੂੰ ਹੁਣ ਇਹ ਦੱਸੋ ਵੀ ਉਹਨਾਂ ਨੇ ਚੁਗਲੀ ਵੀ ਕੀਤੀ, ਧਨ ਦੀ ਪ੍ਰਾਪਤੀ ਦੇ ਲਈ ਹਿੰਸਾ ਵੀ ਕੀਤੀ, ਕਿਸੇ ਦਾ ਹੱਕ ਵੀ ਮਾਰਿਆ, ਆਪਣਾ ਜੀਵਨ ਨਿਰਵਾਹ ਕਰਦਿਆਂ ਇੱਥੋਂ ਤੱਕ ਕਿ ਭੈੜਾ ਆਚਰਣ ਵੀ ਉਹਨਾਂ ਨੇ ਜੀਵਨ ਦੇ ਵਿੱਚ ਨਹੀਂ ਛੱਡਿਆ, ਭੈੜਾ ਚਾਲ ਚੱਲਣ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦੇ ਨੇ। ਤੇ ਫਿਰ ਕਹਿੰਦੇ ਕੌਣ ਜਨੇਊ ਤੇ ਫਲ ਦੇਣਾ, ਮੈਨੂੰ ਇਹ ਦੱਸੋ ਵੀ ਇਸ ਜਨੇਊ ਨੇ ਉਹਨਾਂ ਨੂੰ ਕੀ ਫਲ ਦਿੱਤਾ, ਇਸ ਜਨੇਊ ਪਹਿਨਣ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਕੀ ਚੰਗਾ ਆਇਆ, ਕੀ ਫਲ ਪ੍ਰਾਪਤ ਹੋਇਆ। ਪਾਇਓ ਨਰਕ ਇਹਾ ਅਗ ਕੀਨਾ, ਵੀ ਇਸ ਜੀਵਨ ਦੇ ਵਿੱਚ ਉਹਨਾਂ ਨੇ ਜੀਵਨ ਨਿਰਵਾਹ ਕਰਦਿਆਂ ਇਸ ਧਰਤੀ ਦੇ ਉੱਤੇ ਹੀ ਉਹਨਾਂ ਨੇ ਨਰਕਾਂ ਭਰਿਆ ਜੀਵਨ ਜਿਹੜਾ ਹੈ ਉਹ ਜਿਉਣਾ ਸ਼ੁਰੂ ਕੀਤਾ ਹੋਇਆ। ਆਮ ਤੌਰ ਦੇ ਉੱਤੇ ਇਹੀ ਧਾਰਮਿਕ ਆਗੂਆਂ ਦੀ ਜੇਕਰ ਗੱਲ ਕਰੀਏ ਨਾ, ਜਦੋਂ ਧਰਮ ਦਾ ਲਿਬਾਸ ਆਮ ਤੌਰ ਦੇ ਉੱਤੇ ਪਹਿਨਿਆ ਜਾਂਦਾ ਤਾਂ ਕਈ ਵਾਰੀ ਆਮ ਲੋਕਾਂ ਨੂੰ ਇਹ ਲੱਗਦਾ ਵੀ ਇਹ ਬਹੁਤ ਆਚਰਣ ਵਾਲੇ ਨੇ, ਪਰ ਇੱਥੇ ਪਾਤਸ਼ਾਹ ਜੀ ਉਹੀ ਗੱਲ ਕਰਦੇ ਨੇ। ਪਾਤਸ਼ਾਹ ਜੀ ਨੇ ਇੱਥੇ ਜਨੇਊ ਦਾ ਖੰਡਨ ਨਹੀਂ ਕੀਤਾ, ਸਗੋਂ ਇਹ ਉਹਨਾਂ ਨੂੰ ਸਮਝਾ ਰਹੇ ਨੇ ਵੀ ਤੁਸੀਂ ਜਨੇਊ ਪਹਿਨਿਆ ਠੀਕ ਹੈ, ਤੁਸੀਂ ਆਖਦੇ ਹੋ ਵੀ ਇਸ ਦੇ ਨਾਲ ਅਸੀਂ ਧਰਮੀ ਬਣਦੇ ਹੋ, ਪਰ ਇੱਕ ਗੱਲ ਵੀ ਦੱਸ ਦਿਓ, ਇੱਕ ਗੁਣ ਵੀ ਦੱਸ ਦਿਓ ਜਿਹੜੇ ਧਰਮ ਦੇ ਨਾਂ ਦੇ ਉੱਤੇ ਗੁਣ ਜਿਹੜੇ ਹੁੰਦੇ ਨੇ ਮਨੁੱਖ ਦੇ ਵਿੱਚ, ਉਹ ਇੱਕ ਵੀ ਗੁਣ ਇਹਨਾਂ ਮਨੁੱਖਾਂ ਦੇ ਵਿੱਚ ਹੈ ਤਾਂ ਮੈਨੂੰ ਸਮਝਾਉਣਾ ਕਰੋ। ਬਾਹਰੀ ਤੌਰ ਦੇ ਉੱਤੇ ਤਾਂ ਧਾਰਮਿਕ ਬਣ ਕੇ ਦਿਖਾ ਦਿੱਤਾ, ਧਰਮ ਦੇ ਚਿੰਨ੍ਹ ਪਹਿਨ ਲਏ, ਪਰ ਅੰਦਰ ਜੀਵਨ ਦੇ ਵਿੱਚ ਕੁਝ ਨਾ ਦਇਆ ਹੈ, ਉਲਟਾ ਉਸ ਦੇ ਉਲਟ ਜੀਵਨ ਦੇ ਵਿੱਚ ਕ੍ਰੋਧ ਹੈ, ਜੀਵਨ ਦੇ ਵਿੱਚ ਝੂਠ ਹੈ, ਤੇ ਹੱਕ ਸੱਚ ਦੀ ਕਮਾਈ ਕਰਨ ਬਾਰੇ ਤਾਂ ਉਹ ਸੋਚਦਾ ਹੀ ਨਹੀਂ। ਇਸੇ ਤਰ੍ਹਾਂ ਪਾਤਸ਼ਾਹ ਜੀ ਉਸ ਪੰਡਿਤ ਨੂੰ ਹੁਣ ਫਿਰ ਸਵਾਲ ਕਰਦੇ ਨਾਲ ਉਹਨੂੰ ਸਮਝਾਉਂਦੇ ਵੀ ਨੇ। ਸੁਨ ਕਰ ਬਚ ਦਿਜ ਬਰਜੇ ਵੈਸੇ, ਭਏ ਮਸਟ ਕੁਛ ਆਵ ਨ ਜੈਸੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦੇ ਵਿੱਚੋਂ ਇਹ ਸਾਰਾ ਕੁਝ ਸੁਣਦੇ ਨੇ ਨਾ, ਵੀ ਚਾਹੇ ਕਹਿੰਦੇ ਕੋਈ ਖੱਤਰੀ ਹੈ, ਚਾਹੇ ਕੋਈ ਬ੍ਰਾਹਮਣ ਹੈ, ਪਾਤਸ਼ਾਹ ਜੀ ਕਹਿੰਦੇ ਤੇ ਜਨੇਊ ਤਾਂ ਪਹਿਨ ਲਿਆ ਪਰ ਉਹਨਾਂ ਦਾ ਆਚਰਣ ਚੰਗਾ ਨਹੀਂ, ਕਿਰਦਾਰ ਦੇ ਪੱਖੋਂ ਹੀਣੇ ਨੇ। ਜਦੋਂ ਸਾਰਾ ਕੁਝ ਉੱਥੇ ਬੈਠੀ ਸਭਾ ਦੇ ਵਿੱਚ ਜਿਹੜੇ ਵੀ ਬ੍ਰਾਹਮਣ ਆਏ ਨੇ, ਜਿਹੜੇ ਵੀ ਵੇਦਾਂ ਦੇ ਵਿਦਵਾਨ ਆਏ ਨੇ, ਸਾਰਾ ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਸੁਣਿਆ। ਕਹਿੰਦੇ ਸੁਣ ਕਰ ਬਚ ਦਿਜ ਵਰਜੇ ਵੈਸੇ,
ਜਿੰਨੇ ਵੀ ਉੱਥੇ ਦਿਜਬਰ ਭਾਵ ਪੰਡਿਤ ਬ੍ਰਾਹਮਣ ਬੈਠੇ ਨੇ ਨਾ, ਸੁਣ ਕਰ ਬਚ, ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਏ ਮਸਟ ਕਸ ਆਵ ਨਾ ਜੈਸੇ। ਮਸਟ ਦਾ ਭਾਵ ਹੁੰਦਾ ਚੁੱਪ। ਸਾਰਾ ਕੁਝ ਸੁਣ ਕੇ ਉਹ ਚੁੱਪ ਕਰਕੇ ਕਹਿੰਦੇ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਬ੍ਰਾਹਮਣਾਂ ਨੂੰ, ਹੁਣ ਪੰਡਿਤਾਂ ਨੂੰ ਕੁਝ ਆਉਂਦਾ ਹੀ ਨਹੀਂ। ਉਹ ਚੁੱਪ ਕਰਕੇ ਬੈਠ ਕੇ ਪਾਤਸ਼ਾਹ ਜੀ ਦੀਆਂ ਗੱਲਾਂ ਦਾ, ਉਹਨਾਂ ਦੇ ਕੋਲ ਉਹਨਾਂ ਦੇ ਸਵਾਲਾਂ ਦਾ ਪੰਡਤਾਂ ਦੇ ਕੋਲ, ਬ੍ਰਾਹਮਣ ਦੇ ਕੋਲ ਹੁਣ ਕੋਈ ਵੀ ਜਵਾਬ ਨਹੀਂ। ਸਨਮੁਖ ਉੱਤਰ ਦੇਤ ਨ ਕੋ, ਕਹਿਤ ਸਤ ਸਮਝਤ ਚਿਤ ਸੋ। ਤੇ ਉਹਨਾਂ ਦੇ ਜਿਹੜੇ ਸਨਮੁਖ ਬੈਠੇ ਨੇ ਨਾ, ਤੇ ਉਹਨਾਂ ਨੂੰ ਕੋਈ ਵੀ ਉੱਤਰ ਨਹੀਂ ਦੇ ਰਿਹਾ। ਹੁਣ ਗੁਰੂ ਸਾਹਿਬ ਜੀ ਸਵਾਲ ਕਰ ਰਹੇ ਨੇ, ਉੱਥੇ ਬੈਠੇ ਜਿਹੜੇ ਸਵਾਲ ਸੁਣ ਰਹੇ ਨੇ, ਮਨ ਦੇ ਵਿੱਚ ਉਹਨਾਂ ਨੇ ਸੋਚ ਤਾਂ ਲਿਆ ਵੀ ਗੱਲ ਤਾਂ ਸੱਚੀ ਹੈ, ਗੱਲ ਤਾਂ ਪਤੇ ਦੀ ਹੈ, ਅਸਲ ਦੇ ਵਿੱਚ ਧਰਮੀ ਸਾਡੀ ਆਤਮਾ ਨੇ ਬਣਨਾ ਸੀ। ਇਹ ਜਨੇਊ ਜਿਹੜਾ ਅਸੀਂ ਬਾਹਰੀ ਤੌਰ ਦੇ ਉੱਤੇ ਪਹਿਨਿਆ, ਇਸ ਦੇ ਨਾਲ ਸਾਡੇ ਆਤਮਿਕ ਤੌਰ ਦੇ ਉੱਤੇ ਸਾਡੇ ਜੀਵਨ ਦੇ ਵਿੱਚ, ਸਾਡੇ ਮਨ ਕਰਕੇ ਸਾਡੇ ਵਿਚਾਰਾਂ ਦੇ ਵਿੱਚ ਤਬਦੀਲੀ ਆਉਣੀ ਸੀ। ਪਰ ਉਲਟਾ ਵਿਚਾਰਾਂ ਦੇ ਪੱਖੋਂ ਅਸੀਂ ਉਸੇ ਤਰ੍ਹਾਂ ਰਹੇ, ਬਾਹਰੀ ਤੌਰ ਦੇ ਉੱਤੇ ਅਸੀਂ ਭੇਖ ਬਣਾ ਕੇ ਆਪਣਾ ਜੀਵਨ ਨਿਰਵਾਹ ਕਰਦੇ ਹਾਂ। ਉੱਥੇ ਸਾਰੇ ਬੈਠੇ ਲੋਕ, ਸਾਰੇ ਵਿਦਵਾਨ ਮਨ ਦੇ ਵਿੱਚ ਸੋਚ ਰਹੇ ਨੇ ਵੀ ਭਾਈ ਗੱਲ ਸੱਚੀ ਹੈ। ਹੁਣ ਉਹਨਾਂ ਦੇ ਕੋਲ ਕਿਸੇ ਵੀ ਗੱਲ ਦਾ ਜਵਾਬ ਨਹੀਂ ਹੈ। ਸਨਮੁਖ ਉੱਤਰ ਦੇਤ ਨ ਕੋ, ਕਹਿਤ ਸਤ ਸਮਝਤ ਚਿਤ ਸੋ। ਕਿ ਉਹਨਾਂ ਨੇ ਹੁਣ ਚਿੱਤ ਦੇ ਵਿੱਚ ਇਹ ਗੱਲ ਨੂੰ ਪੱਕੀ ਕਰ ਲਿਆ ਵੀ ਇਹ ਗੱਲ ਤਾਂ ਸੱਚੀ ਹੈ, ਤੇ ਉਹਨਾਂ ਨੇ ਸੱਤ ਕਰਕੇ ਉਸ ਗੱਲ ਨੂੰ ਮੰਨਿਆ ਹੋਇਆ ਹੈ। ਤਦਬ ਸੁਨਨ ਕੀ ਬਚ ਅਬੇਲਾਖਾ, ਪ੍ਰੋਹਤ ਹਰਦਿਆਲ ਇਮ ਪਾਖਾ। ਤੇ ਫਿਰ ਕਹਿੰਦੇ ਪ੍ਰੋਹਤ ਜਿਹੜਾ ਪੰਡਿਤ ਹਰਦਿਆਲ ਸੀ ਨਾ, ਸਾਰਾ ਕੁਝ ਉਹਨੇ ਵੀ ਸੁਣ ਲਿਆ, ਬੈਠੇ ਬੈਠੇ ਸਾਰਾ ਕੁਝ ਸੁਣਿਆ। ਤੇ ਉਸ ਨੂੰ ਵੀ ਹੁਣ ਪਤਾ ਲੱਗ ਗਿਆ ਭਾਈ ਗੱਲ ਤਾਂ ਸੱਚੀ ਹੈ, ਗੱਲ ਤਾਂ ਸਾਰੀ ਅਸਲ ਦੇ ਵਿੱਚ ਸੱਚ ਹੈ। ਤੇ ਫਿਰ ਹੁਣ ਉਸ ਦੇ ਮਨ ਦੇ ਵਿੱਚ ਪਾਤਸ਼ਾਹ ਜੀ ਦੇ ਕੋਲੋਂ ਹੋਰ ਸੁਣਨ ਦੇ ਲਈ, ਕੁਝ ਚੰਗਾ ਸੁਣਨ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਸੀ ਹੁਣ ਲਾਲਸਾ ਵੱਧ ਗਈ ਵੀ ਤੁਸੀਂ ਹੋਰ ਬਚਨ ਸਾਨੂੰ ਆਖੋ। ਕੌਣ ਜੰਜੂ ਤੇ ਜਾਏ ਨਾ ਨਰਕਾ, ਜਾਂ ਤੇ ਜਮ ਨਹਿ ਕਰੇ ਕੁਤਰਕਾ। ਤੇ ਉਹਨੇ ਪੰਡਿਤ ਹਰਦਿਆਲ ਕਹਿੰਦਾ ਵੀ ਤੁਸੀਂ ਸਾਨੂੰ ਸਮਝਾਓ, ਅਸਲ ਦੇ ਵਿੱਚ ਜਨੇਊ ਪਹਿਨਣਾ ਕਿਹੜਾ ਚਾਹੀਦਾ, ਕਿਹੜਾ ਜਨੇਊ ਧਾਰਨ ਕਰਨ ਦੇ ਨਾਲ ਮਨੁੱਖ ਨਰਕਾਂ ਤੱਕ ਨਹੀਂ ਜਾਂਦਾ, ਕਿਹੜਾ ਜਨੇਊ ਪਹਿਨਣ ਦੇ ਨਾਲ ਮਨੁੱਖ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਸਾਨੂੰ ਹੁਣ ਤੁਸੀਂ ਸਮਝਾਓ ਵੀ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਜਮਾਂ ਦੀ ਮਾਰ ਨਹੀਂ ਪਵੇਗੀ, ਉਸ ਦੇ ਲਈ ਸਾਨੂੰ ਕਿਹੋ ਜਿਹਾ ਜਨੇਊ ਧਾਰਨ ਕਰਨਾ ਪਵੇਗਾ। ਸੋ ਨਿਜ ਰਸਨਾ ਦੇਹੋ ਸੁਨਾਈ, ਸੁਣਨ ਚਾਹ ਸਭ ਉਰ ਅਰਖਾਈ। ਪੰਡਿਤ ਹਰਦਿਆਲ ਹੁਣ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ ਹੈ, ਕਹਿੰਦਾ ਵੀ ਤੁਸੀਂ ਆਪਣੀ ਰਸਨਾ ਤੋਂ ਸਾਨੂੰ ਸੁਣਾ ਦਿਓ, ਆਪਣੀ ਰਸਨਾ ਤੋਂ ਉਚਾਰਨ ਕਰਕੇ ਸਾਨੂੰ ਸਮਝਾ ਦਿਓ। ਕਿਉਂਕਿ ਸੁਣਨ ਚਾਹ ਸਭ ਉਰ ਹਰਖਾਈ, ਕਿ ਸਾਰਿਆਂ ਦੇ ਮਨ ਦੇ ਵਿੱਚ, ਸਾਰਿਆਂ ਦੇ ਦਿਲ ਦੇ ਵਿੱਚ, ਸਾਰਿਆਂ ਦੇ ਮਨਾਂ ਦੇ ਵਿੱਚ ਇਹ ਤੁਹਾਡੇ ਬਚਨ ਸੁਣਨ ਦੇ ਲਈ ਸਾਰਿਆਂ ਦੇ ਜੀਵਨ ਦੇ ਵਿੱਚ ਤਾਂਘ ਜਿਹੜੀ ਹੈ ਉਹ ਵੱਧ ਰਹੀ ਹੈ। ਕਮਲ ਬਦਨ ਪੁਨ ਬਚਨ ਬਖਾਨੇ, ਜਿਸ ਜੰਜੂ ਤੇ ਜਨ ਸਨਮਾਨੇ। ਤੇ ਫਿਰ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤੇ ਕਿ ਜਿਸ ਜੰਜੂ ਦੇ ਨਾਲ, ਇਹੋ ਜਿਹਾ ਜੰਜੂ ਤੁਸੀਂ ਧਾਰਨ ਕਰਨਾ ਹੈ ਜਿਸ ਜੰਜੂ ਦੇ ਨਾਲ ਤੁਸੀਂ ਸਾਰੀ ਦੁਨੀਆ ਦੇ ਵਿੱਚ, ਲੋਕ ਅਤੇ ਪਰਲੋਕ ਦੇ ਵਿੱਚ ਆਦਰ ਸਤਿਕਾਰ ਪ੍ਰਾਪਤ ਕਰੋਗੇ। ਹੁਣ ਪਾਤਸ਼ਾਹ ਜੀ ਨੇ ਉਹ ਪੰਡਿਤ ਹਰਦਿਆਲ ਦੀ ਜਿਹੜੀ ਵਿਚਾਰ ਚਰਚਾ ਹੋਈ ਨਾ, ਉਸ ਦਾ ਜਵਾਬ ਦੇਣ ਦੀ ਖਾਤਰ ਪਾਤਸ਼ਾਹ ਜੀ ਨੇ, ਅਸੀਂ ਰੋਜ਼ਾਨਾ ਹੀ ਨਿਤਨੇਮ ਦੇ ਰੂਪ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ, ਜਿਸ ਦੇ ਵਿੱਚ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 417 ਦੇ ਉੱਤੇ ਸੁਭਾਇਮਾਨ ਹੈ। ਤੇ ਉਹ ਪਾਤਸ਼ਾਹ ਜੀ ਨੇ ਫਿਰ ਸ਼ਲੋਕ ਉਸ ਪੰਡਿਤ ਨੂੰ ਸੁਣਾਉਣਾ ਕੀਤਾ, ਕਹਿੰਦੇ ਦਇਆ ਕਪਾਹ ਸੰਤੋਖ ਸੋ ਜਤ ਗੰਢੀ ਸਤ ਬਟ, ਇਹ ਜਨੇਊ ਜੀ ਕਾ ਹਈ ਤਾ ਪਾਂਡੇ ਕਤ। ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਹੁਣ ਪਾਤਸ਼ਾਹ ਜੀ ਉਸ ਪੰਡਿਤ ਨੂੰ ਦੱਸਦੇ ਨੇ, ਸਾਰਿਆਂ ਨੂੰ ਸਮਝਾਉਂਦੇ ਨੇ ਵੀ ਇਸ ਤਰ੍ਹਾਂ ਦਾ ਜਨੇਊ ਧਾਰਨ ਕਰਨਾ ਹੈ। ਜੇਕਰ ਤੁਸੀਂ ਬਾਹਰੀ ਤੌਰ ਦੇ ਉੱਤੇ ਇਹ ਸੂਤ ਦਾ ਜਨੇਊ ਪਹਿਨਦੇ ਹੋ ਨਾ, ਕਪਾਹ ਦਾ ਜਨੇਊ ਪਹਿਨਿਆ ਹੈ, ਤੇ ਕਪਾਹ ਦੇ ਨਾਲ ਨਾਲ ਤੁਹਾਡੇ ਜੀਵਨ ਦੇ ਵਿੱਚ ਦਇਆ ਆਵੇ,
ਜਿਹੜਾ ਇਹ ਸੂਤ ਧਾਰਨ ਕੀਤਾ ਤੁਹਾਡੇ ਜੀਵਨ ਦੇ ਵਿੱਚ ਸੰਤੋਖ ਵੀ ਆਵੇ। ਅਸਲ ਦੇ ਵਿੱਚ ਗੱਲ ਤਾਂ ਆਚਰਣ ਦੀ ਹੈ। ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਨਾ, ਅਸੀਂ ਬਾਹਰੀ ਤੌਰ ਦੇ ਉੱਤੇ ਖੰਡੇ ਬਾਟੇ ਦੀ ਪੌਲ ਤਾਂ ਛਕ ਲਈ, ਪਰ ਜੋ ਖੰਡੇ ਬਾਟੇ ਦੀ ਪੌਲ ਦਾ ਅਸਲ ਦੇ ਵਿੱਚ ਵਿਚਾਰਧਾਰਾ ਸੀ, ਜੋ ਮਰਿਆਦਾ ਸੀ, ਅਸੀਂ ਉਸ ਦੇ ਉੱਤੇ ਚੱਲਣ ਨੂੰ ਤਿਆਰ ਨਹੀਂ ਹੁੰਦੇ। ਉਹ ਸਾਡੇ ਜੀਵਨ ਦੇ ਵਿੱਚ, ਸਾਡੇ ਆਚਰਣ ਦੇ ਵਿੱਚ ਬਦਲਾਵ ਨਹੀਂ ਆਉਂਦਾ, ਸਾਡੇ ਜੀਵਨ ਦੇ ਵਿੱਚ ਉਹ ਚੰਗੇ ਗੁਣ ਨਹੀਂ ਆਉਂਦੇ। ਇਸੇ ਤਰ੍ਹਾਂ ਪਾਤਸ਼ਾਹ ਜੀ ਇੱਥੇ ਸਮਝਾਉਣਾ ਕਰਦੇ ਨੇ ਕਿ ਇਹ ਬਾਹਰੀ ਤੌਰ ਦੇ ਉੱਤੇ ਜਿਹੜੇ ਧਾਰਮਿਕ ਚਿੰਨ੍ਹ ਤੁਸੀਂ ਪਹਿਨ ਰਹੇ ਹੋ ਨਾ, ਇਹਨਾਂ ਦੇ ਨਾਲ ਨਾਲ ਤੁਹਾਡੇ ਜੀਵਨ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ। ਚੌਪਈ ਸਵੱਛ ਸਥਿਰ ਇਹ ਲਖੋ ਜਨਿਉ, ਗਰ ਮੈਂ ਪਹਿਰੇ ਬਿਰਲੇ ਕੋ। ਤੇ ਹੁਣ ਪਾਤਸ਼ਾਹ ਜੀ ਕਹਿੰਦੇ ਵੀ ਜਿਸ ਜਨੇਊ ਦੇ ਬਾਬਤ ਮੈਂ ਤੁਹਾਨੂੰ ਕਹਿ ਰਿਹਾ ਨਾ, ਕਹਿੰਦੇ ਇਹ ਪਵਿੱਤਰ ਜਿਹੜਾ ਸਦਾ ਰਹਿਣ ਵਾਲਾ ਜਨੇਊ ਹੈ ਨਾ, ਚਾਹੇ ਮਨੁੱਖ ਇਸ ਸੰਸਾਰਿਕ ਤੌਰ ਦੇ ਉੱਤੇ, ਸਰੀਰਕ ਤੌਰ ਦੇ ਉੱਤੇ ਨਹੀਂ ਵੀ ਰਹਿੰਦਾ, ਕਹਿੰਦੇ ਇਹੋ ਜਿਹਾ ਪਵਿੱਤਰ ਜਨੇਊ ਜਿਹੜਾ ਸਦਾ ਵਾਸਤੇ ਰਹਿਣ ਵਾਲਾ ਹੈ, ਇਹ ਲਖੋ ਜਨੇਊ। ਤੇ ਇਸ ਨੂੰ ਤੁਸੀਂ ਜਾਣੋ, ਇਸ ਨੂੰ ਸਮਝੋ। ਗਰ ਮੈਂ ਪਹਿਰੈ ਬਿਰਲੇ ਕਹੂ, ਤੇ ਕਹਿੰਦੇ ਇਹੋ ਜਿਹਾ ਜਨੇਊ ਗਲੇ ਦੇ ਵਿੱਚ ਕੋਈ ਬਿਰਲਾ ਹੀ ਪਹਿਨਦਾ। ਹੁਣ ਦਇਆ ਹਰ ਇੱਕ ਦੇ ਜੀਵਨ ਦੇ ਵਿੱਚ ਨਹੀਂ ਨਾ ਹੁੰਦੀ, ਹਰ ਇੱਕ ਦੇ ਜੀਵਨ ਦੇ ਵਿੱਚ ਸੰਤੋਖ ਨਹੀਂ ਹੁੰਦਾ, ਹਰ ਇੱਕ ਦੇ ਜੀਵਨ ਦੇ ਵਿੱਚ ਸਬਰ ਸ਼ੁਕਰਾਨਾ ਨਹੀਂ ਹੁੰਦਾ, ਹਰ ਇੱਕ ਦੇ ਜੀਵਨ ਦੇ ਵਿੱਚ ਆਚਰਣ ਚੰਗਾ ਨਹੀਂ ਹੁੰਦਾ। ਤੇ ਇਹ ਪਾਤਸ਼ਾਹ ਜੀ ਕਹਿੰਦੇ ਫਿਰ ਇਹੋ ਜਿਹਾ ਜਨੇਊ ਧਾਰਨ ਕਰਨਾ ਚਾਹੀਦਾ ਹੈ। ਹੁਣ ਕੇਵਲ ਇਹ ਥੋੜੀ ਵੀ ਦਇਆ, ਜੇਕਰ ਪਾਤਸ਼ਾਹ ਜੀ ਨੇ ਆਖਿਆ ਦਇਆ ਕਾ ਪਾਸ ਸੰਤੋਖ ਸੂਤ, ਜੇ ਗੁਣਾਂ ਦੀ ਗੱਲ ਕਰੀਏ ਤਾਂ ਜ਼ਰੂਰੀ ਥੋੜੀ ਵੀ ਗੁਣ ਹੁਣ ਇਕੱਲੇ ਉਸ ਪੰਡਿਤ ਹਰਦਿਆਲ ਨੂੰ ਹੀ ਸਮਝਾਉਣਾ ਕੀਤਾ ਕਿ ਪੰਡਿਤ ਹਰਦਿਆਲ ਜੀ ਤੁਸੀਂ ਦਇਆ ਧਾਰਨ ਕਰੋ। ਇਹ ਸਿੱਖਾਂ ਦੇ ਲਈ ਵੀ ਜ਼ਰੂਰੀ ਕਰਮ ਹੈ ਨਾ। ਸਭ ਤੋਂ ਪਹਿਲਾਂ ਸਾਡੇ ਜੀਵਨ ਦੇ ਵਿੱਚ ਵੀ ਦਇਆ ਆਉਣੀ ਚਾਹੀਦੀ। ਜੇਕਰ ਅਸੀਂ ਬਚਨ ਪਾਤਸ਼ਾਹ ਜੀ ਦੇ ਰੋਜ਼ਾਨਾ ਸਰਵਣ ਕਰਦੇ ਹਾਂ ਤਾਂ ਆਚਰਣ ਤਾਂ ਸਾਡਾ ਵੀ ਪਾਤਸ਼ਾਹ ਜੀ ਪੱਕਾ ਕਰਨਾ ਚਾਹੁੰਦੇ ਨੇ, ਸਾਡੇ ਵੀ ਕਿਰਦਾਰ ਦੀ ਘਾੜਤ ਕੱਢਣਾ ਚਾਹੁੰਦੇ ਨੇ। ਇਸੇ ਤਰ੍ਹਾਂ ਪਾਤਸ਼ਾਹ ਜੀ ਉਹਨੂੰ ਸਮਝਾਉਣਾ ਕਰਦੇ ਨੇ ਕਿ ਇਹੋ ਜਿਹਾ ਚੰਗੇ ਗੁਣਾਂ ਵਾਲਾ ਜਨੇਊ ਕੋਈ ਬਿਰਲਾ ਮਨੁੱਖ ਹੀ ਧਾਰਨ ਕਰਦਾ ਹੈ। ਜੇ ਨਰ ਗਰ ਮਹਿ ਧਾਰਨ ਕੀਨਾ, ਧਨ ਸੇ ਨਰ ਕੀਨੇ ਦੁਖ ਸੀਨਾ। ਤੇ ਕਹਿੰਦੇ ਜਿਹੜੇ ਮਨੁੱਖਾਂ ਨੇ ਫਿਰ ਇਹੋ ਜਿਹਾ ਜਨੇਊ ਧਾਰਨ ਕੀਤਾ, ਚੰਗੇ ਗੁਣਾਂ ਦਾ ਜਨੇਊ ਧਾਰਨ ਕਰ ਲਿਆ, ਤੇ ਫਿਰ ਕਹਿੰਦੇ ਵੀ ਉਹ ਮਨੁੱਖਾਂ ਦੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੋ ਗਿਆ, ਮਨੁੱਖਾਂ ਦੇ ਜੀਵਨ ਦੇ ਵਿੱਚੋਂ ਦੁੱਖਾਂ ਦਾ ਛੁਟਕਾਰਾ ਹੋ ਗਿਆ। ਹੁਣ ਜਿਸ ਜੀਵਨ ਦੇ ਵਿੱਚ ਸਬਰ ਸੰਤੋਖ ਆ ਗਿਆ, ਮਿਹਨਤ ਇਮਾਨਦਾਰੀ, ਇਹ ਚੰਗੇ ਗੁਣ ਆ ਗਏ, ਤਾਂ ਦੁੱਖਾਂ ਦਾ ਛੁਟਕਾਰਾ ਤਾਂ ਆਪਣੇ ਆਪ ਹੀ ਹੋ ਜਾਵੇਗਾ। ਪਾਤਸ਼ਾਹ ਜੀ ਉਸ ਪੰਡਿਤ ਹਰਦਿਆਲ ਨੂੰ ਸਮਝਾਉਂਦੇ ਨੇ ਕਿ ਹੇ ਪੰਡਿਤ ਹਰਦਿਆਲ ਜੀ, ਇਹ ਜਨੇਊ ਕੋਈ ਧਾਰਨ ਕਰਦਾ ਹੈ, ਇਸ ਜਨੇਊ ਨੂੰ ਧਾਰਨ ਕਰਨ ਦੇ ਨਾਲ ਦੁੱਖਾਂ ਦਾ ਛੁਟਕਾਰਾ ਹੋ ਜਾਂਦਾ ਹੈ। ਲੋਕ ਬਹੁਰ ਪਰਲੋਕ ਅਸ਼ੋਕੂ, ਸਨਮਾਨੇ ਸਭ ਅੰਤਕ ਓਕੂ। ਤੇ ਕਹਿੰਦੇ ਲੋਕ ਅਤੇ ਪਰਲੋਕ ਦੇ ਵਿੱਚ ਉਸ ਮਨੁੱਖ ਦੀ ਫਿਰ ਸ਼ੋਭਾ ਹੁੰਦੀ ਹੈ। ਸਨਮਾਨੇ ਸਭ ਅੰਤਕ ਓਕੂ, ਤੋਂ ਸਾਰੇ ਪਾਸੇ ਉਸ ਮਨੁੱਖ ਨੂੰ ਜਮਾਂ ਦੇ ਘਰ ਦੇ ਵਿੱਚ ਵੀ ਕਹਿੰਦੇ ਸਨਮਾਨ ਮਿਲਦਾ, ਜਿਹਦੇ ਜੀਵਨ ਦੇ ਵਿੱਚ ਦਇਆ ਹੈ, ਸੰਤੋਖ ਹੈ। ਇਹੋ ਜਿਹਾ ਜਨੇਊ ਜਿਹਨੇ ਧਾਰਨ ਕੀਤਾ ਹੈ, ਕਹਿੰਦੇ ਸਭ ਪਾਸੇ ਹੀ ਉਸ ਦੀ ਵਡਿਆਈ ਹੁੰਦੀ ਹੈ। ਅਸਵਿਦ ਕੋ ਜੇ ਹੈ ਤੁਮ ਪਾਸੋਂ, ਗਰ ਮੁਝ ਪਾਵੋ ਦੁਕ੍ਰਿਤ ਨਾਸੋਂ। ਹੁਣ ਪਾਤਸ਼ਾਹ ਜੀ ਪੰਡਿਤ ਹਰਦਿਆਲ ਨੂੰ ਕਹਿੰਦੇ ਨੇ ਵੀ ਤੂੰ ਇਹ ਜਿਹੜਾ ਬਾਹਰੀ ਤੌਰ ਦੇ ਉੱਤੇ ਮੈਨੂੰ ਕਪਾਹ ਦਾ ਬਣਿਆ ਹੋਇਆ, ਜਿਹੜਾ ਇਹ ਸੂਤ ਦਾ ਬਣਿਆ ਹੋਇਆ ਜਨੇਊ ਪਹਿਨਾ ਰਿਹਾ ਸੀ ਨਾ, ਜਿਸ ਜਨੇਊ ਦੇ ਬਾਬਤ ਹੁਣ ਮੈਂ ਤੈਨੂੰ ਸਮਝਾਇਆ, ਜੇਕਰ ਤੇਰੇ ਕੋਲ ਇਹ ਗੁਣਾਂ ਦਾ ਜਨੇਊ ਹੈ ਨਾ, ਤੂੰ ਬੇਸ਼ੱਕ ਮੇਰੇ ਗਲ ਦੇ ਵਿੱਚ ਪਹਿਨ ਦੇ, ਗਲ ਦੇ ਵਿੱਚ ਮੇਰੇ ਪਹਿਨਾ ਦੇ ਇਹ ਜਨੇਊ। ਇਸ ਜਨੇਊ ਦੇ ਨਾਲ ਮੇਰੇ ਵੀ ਜਿਹੜੇ ਜੀਵਨ ਦੇ ਵਿੱਚ ਪਾਪਾਂ ਨੂੰ ਨਾਸ਼ ਕਰਨ ਵਾਲਾ ਇਹ ਜਨੇਊ ਹੈ ਨਾ, ਮੇਰੇ ਜੀਵਨ ਦੇ ਵਿੱਚੋਂ ਵੀ ਪਾਪਾਂ ਦਾ ਨਾਸ਼ ਹੋ ਜਾਵੇਗਾ। ਪੰਡਿਤ ਹਰਦਿਆਲ ਨੂੰ ਮਨਾ ਨਹੀਂ ਕੀਤਾ, ਸਗੋਂ ਉਹਨੂੰ ਸਮਝਾਇਆ ਵੀ ਅਸਲ ਦੇ ਵਿੱਚ ਜੇਕਰ ਤੇਰੇ ਕੋਲ ਇਹ ਜਨੇਊ ਹੈ ਨਾ ਗੁਣਾਂ ਦਾ, ਤਾਂ ਇਹ ਜਨੇਊ ਪਹਿਨਣ ਦੇ ਲਈ ਮੈਂ ਤਿਆਰ ਹਾਂ। ਪਰ ਜਿਹੜਾ ਜਨੇਊ ਤੂੰ ਪਹਿਨਾ ਰਿਹਾ, ਇਹ ਧਾਗੇ ਦਾ ਕੱਤਿਆ ਹੋਇਆ ਨਾ, ਕਪਾਹ ਦਾ ਕੱਤਿਆ ਹੋਇਆ, ਇਹ ਜਨੇਊ ਸਮਾਜ ਦੇ ਵਿੱਚ ਵੰਡੀਆਂ ਪਾ ਰਿਹਾ, ਇਹ ਸਮਾਜ ਦੇ ਵਿੱਚ ਵਰਨ ਵੰਡ ਲਾਗੂ ਕਰ ਰਿਹਾ। ਇਸ ਦੇ ਨਾਲ ਅਸੀਂ ਪਰਮਾਤਮਾ ਦੀ ਇੱਕ ਔਲਾਦ ਹਾਂ, ਪਰ ਇਹ ਤੇਰਾ ਜਨੇਊ ਬਣਾਇਆ ਹੋਇਆ ਜਨੇਊ ਜਿਹੜਾ ਹੈ, ਪੁਰਾਣੀ ਮਰਿਆਦਾ ਚੱਲੀ ਆ ਰਹੀ, ਇਸ ਦੇ ਨਾਲ ਸਮਾਜ ਦੇ ਵਿੱਚ ਵੰਡੀਆਂ ਪੈ ਰਹੀਆਂ।
ਇਹ ਜਨੇਊ ਦੇ ਨਾਲ, ਜਿਹੜੀ ਜਨੇਊ ਦੀ ਪਰਿਭਾਸ਼ਾ ਤੈਨੂੰ ਮੈਂ ਦੱਸੀ ਹੈ, ਇਸ ਜਨੇਊ ਦੇ ਨਾਲ ਸਾਰੇ ਇਕਮੁੱਠ ਹੁੰਦੇ ਨੇ। ਸਾਰੇ ਉਹ ਜੀਵਾਂ ਦੇ ਵਿੱਚ ਇਹ ਦਇਆ ਹੋਣੀ ਜ਼ਰੂਰੀ ਹੈ, ਸਬਰ ਸੰਤੋਖ ਹੋਣਾ ਜ਼ਰੂਰੀ ਹੈ, ਉਸ ਦਾ ਸ਼ੁਕਰਾਨਾ ਹੋਣਾ ਜ਼ਰੂਰੀ ਹੈ। ਇਹੋ ਜਿਹਾ ਜਨੇਊ ਕਹਿੰਦੇ ਮੈਨੂੰ ਧਾਰਨ ਕਰਾ ਦੇ, ਤਾਂ ਜੋ ਮੇਰੇ ਵੀ ਜੀਵਨ ਦੇ ਵਿੱਚ ਪਾਪਾਂ ਦਾ ਨਾਸ਼ ਹੋ ਸਕੇ। ਕਰਤ ਸੂਤ ਕੋ ਗ੍ਰੰਥਨ ਪਾਈ, ਜਲ ਜਾਵੇ ਇਹ ਸੰਗ ਨਾ ਜਾਈ। ਤੇ ਕਹਿੰਦੇ ਜਿਹੜਾ ਇਹ ਸੂਤ ਪਹਿਨਦੇ ਹੋ ਨਾ, ਸੂਤ ਦਾ ਜਨੇਊ ਪਹਿਨਦੇ ਹੋ, ਗੱਠਾ ਮਾਰ ਕੇ, ਗੰਢਾ ਮਾਰ ਕੇ, ਜਦੋਂ ਕਹਿੰਦੇ ਪ੍ਰਾਣੀ ਚੜ੍ਹਾਈ ਕਰਦਾ, ਜਦੋਂ ਉਸ ਦੇ ਸਰੀਰ ਨੂੰ ਅੱਗ ਲਗਾਈ ਜਾਂਦੀ, ਉਸ ਨੂੰ ਲਾਂਬੂ ਲਗਾਇਆ ਜਾਂਦਾ, ਕਹਿੰਦੇ ਇਹ ਨਾਲ ਹੀ ਜਲ ਜਾਂਦਾ। ਇਹ ਮਤ ਜਾਣ ਵੀ ਉਸ ਦੇ ਨਾਲ ਇਹ ਜਾਂਦਾ ਹੈ, ਇਹ ਤਾਂ ਇੱਥੇ ਹੀ ਰਹਿ ਜਾਂਦਾ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਜਾਨੋ ਕੱਚਾ ਕਾਜ ਸੰਸਾਰੂ, ਲੋਕ ਦਿਖਾਵਾ ਕਰਤ ਗਵਾਰੂ। ਤੇ ਕਹਿੰਦੇ ਇਹ ਜਿਹੜਾ ਸਾਰਾ ਕਾਰਜ, ਇਹ ਸਾਰਾ ਅਡੰਬਰ ਰਚਿਆ ਗਿਆ ਨਾ, ਇਹ ਕਹਿੰਦੇ ਇਹ ਕੱਚਾ ਕੰਮ ਹੈ। ਲੋਕਾਂ ਦੇ ਦਿਖਾਵੇ ਦੇ ਖਾਤਰ ਵੀ ਅਸੀਂ ਧਰਮੀ ਹੋ ਗਏ, ਇਹ ਦਿਖਾਵੇ ਦੇ ਲਈ ਸਾਰਾ ਕਾਰਜ ਕਰਦੇ ਹਾਂ, ਕਿਉਂਕਿ ਪੁਰਾਣੀ ਮਰਿਆਦਾ ਚੱਲੀ ਆਂਦੀ। ਕਈ ਵਾਰੀ ਅਸੀਂ ਰੀਤੀ ਰਿਵਾਜ ਦੇਖਾਂ ਦੇਖੀ ਹੀ ਕਰਦੇ ਜਾ ਰਹੇ ਹਾਂ, ਪਰ ਉਹਨਾਂ ਦਾ ਸਾਨੂੰ ਨਾ ਕੋਈ ਮਤਲਬ ਪਤਾ ਹੁੰਦਾ, ਨਾ ਹੀ ਉਸ ਦਾ ਕੋਈ ਹੱਥ ਪੱਲਾ ਹੁੰਦਾ, ਪਰ ਦੇਖਾ ਦੇਖੀ ਸਾਨੂੰ ਉਹ ਕਾਰਜ ਵੀ ਕਰਨੇ ਪੈਂਦੇ ਨੇ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਇਹ ਜਿਹੜਾ ਕਾਰਜ ਹੈ ਨਾ, ਇਹ ਦਿਖਾਵੇ ਵਾਲਾ ਕਾਰਜ ਹੈ, ਇਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਪਾਤਸ਼ਾਹ ਜੀ ਨੇ ਸਵਾਲ ਕੀਤਾ ਸੀ ਵੀ ਮੈਨੂੰ ਇਹ ਦੱਸ, ਇਹ ਕਿਸ ਪਦਵੀ ਤੱਕ, ਕਿਸ ਅਵਸਥਾ ਤੱਕ ਮਨੁੱਖ ਨੂੰ ਲੈ ਕੇ ਜਾਂਦਾ, ਆਤਮਿਕ ਤੌਰ ਦੇ ਉੱਤੇ ਮਨੁੱਖ ਦੇ ਜੀਵਨ ਦੇ ਵਿੱਚ ਕੀ ਬਦਲਾਅ ਆਉਂਦਾ। ਫਿਰ ਪਾਤਸ਼ਾਹ ਜੀ ਉਸ ਪੰਡਿਤ ਹਰਦਿਆਲ ਨੂੰ ਆਖਦੇ ਨੇ ਕਿ ਜਿਹੜੇ ਜਨੇਊ ਧਾਰਨ ਕਰਦੇ ਨੇ, ਉਹ ਵੀ ਮੈਂ ਦੇਖੇ ਨੇ ਵੀ ਇਸ ਧਰਤੀ ਦੇ ਉੱਤੇ ਅਨੇਕਾਂ ਮਨੁੱਖ ਨੇ ਜਿਹੜੇ ਲੋਕਾਂ ਦਾ ਕਤਲ ਕਰਨ ਤੱਕ ਜਾਂਦੇ ਨੇ, ਲੋਕਾਂ ਦਾ ਹੱਕ ਮਾਰਦੇ ਨੇ, ਲੋਕਾਂ ਦੇ ਨਾਲ ਹਿੰਸਾ ਰੂਪੀ ਜਿਹੜਾ ਹੈ ਵਿਵਹਾਰ ਕਰਦੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੰਗਾ ਗੁਣ ਨਹੀਂ, ਸਗੋਂ ਔਗੁਣਾਂ ਦੇ ਨਾਲ ਭਰਪੂਰ ਨੇ। ਫਿਰ ਇਹ ਦੱਸ, ਇਹ ਜਨੇਊ ਪਹਿਨਣ ਦੇ ਨਾਲ ਉਹਨਾਂ ਨੂੰ ਕੀ ਫਲ ਪ੍ਰਾਪਤ ਹੋਇਆ? ਉਹ ਤਾਂ ਜਿਉਂਦੇ ਜੀ ਨਰਕਾਂ ਦੀ ਜੂਨ ਦੇ ਵਿੱਚ ਪਏ ਹੋਏ ਨੇ। ਇਹ ਸਾਰਾ ਕੁਝ ਸੁਣ ਕੇ ਪੰਡਿਤ ਹਰਦਿਆਲ ਤੇ ਹੋਰ ਪੰਡਿਤਾਂ ਦੇ ਮਨ ਦੇ ਵਿੱਚ ਵੀ ਵਿਚਾਰ ਚਰਚਾ ਚੱਲ ਪਈ ਕਿ ਕਿਉਂ ਨਾ ਇਹਨਾਂ ਦੇ ਕੋਲੋਂ ਹੀ ਪੁੱਛਿਆ ਜਾਵੇ ਵੀ ਜਨੇਊ ਧਾਰਨ ਕਿਹੜਾ ਕਰਨਾ ਚਾਹੀਦਾ, ਜਿਹੜਾ ਮਨੁੱਖ ਨੂੰ ਨਰਕਾਂ ਤੋਂ ਬਚਾ ਸਕੇ, ਜਿਹੜਾ ਮਨੁੱਖ ਨੂੰ ਜਮਾਂ ਦੀ ਮਾਰ ਤੋਂ ਬਚਾ ਸਕੇ। ਉਸ ਦੇ ਪਰਥਾਏ ਪਾਤਸ਼ਾਹ ਜੀ ਫਿਰ ਸ਼ਲੋਕ ਉਚਾਰਨ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।